ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ ਮੈਂ ਸੁਖਨੈਪ ਸਿੰਘ ਸਿੱਧੂ ਇਸ ਵਕਤ ਪਿੰਡ ਬੁਰਜ ਦੇਵਾ ਸਿੰਘ ਤੋਂ ਤੁਹਾਡੇ ਨਾਲ ਮੁਖਾਤਬ ਹਾਂ। ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਪੱਟੀ ਬਲਾਕ ਦੇ ਵਿੱਚ ਸਥਿਤ ਹੈ ਤੇ ਮੈਨੂੰ ਪਤਾ ਲੱਗਿਆ ਕਿ ਇਸ ਪਿੰਡ ਦੀ 1000 ਦੇ ਕਰੀਬ ਆਬਾਦੀ ਹੈ, 500 ਏਕੜ ਜ਼ਮੀਨ ਹੈ ਤੇ ਇਸ ਜ਼ਮੀਨ ਦੀ ਖਾਸੀਅਤ ਇਹ ਹੈ ਕਿ ਇੱਥੋਂ ਦੇ ਧਰਤੀ ਪੁੱਤਰਾਂ ਨੇ ਇਸ ਜ਼ਮੀਨ ਦੀ ਛਾਤੀ ਨੂੰ ਛਲਣੀ ਕਰਨ ਤੋਂ ਬਚਾਉਣ ਦਾ ਤਹੀਆ ਕੀਤਾ ਹੋਇਆ। ਕੁਦਰਤੀ ਤੌਰ ਦੇ ਉੱਤੇ ਖੇਤੀ ਕਰਨ ਦੇ ਵਿੱਚ ਇਸ ਪਿੰਡ ਦੀਆਂ ਕੋਸ਼ਿਸ਼ਾਂ ਕਾਫੀ ਕਾਮਯਾਬ ਹੋ ਰਹੀਆਂ। ਅੱਜ ਪਿੰਡ ਦੇ ਕਿਸਾਨ ਸਾਡੇ ਨਾਲ ਸ਼ਾਮਲ ਹੈ, ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਨੇ ਇਹ ਤਹੀਆ ਕਦੋਂ ਕੀਤਾ, ਬਾਬੇ ਨਾਨਕ ਦਾ ਜਿਹੜਾ ਸਿਧਾਂਤ ਕਿਰਤ ਕਰਨ ਦੀ ਗੱਲ ਉਹ ਕਦੋਂ ਤੋਂ ਤੋਰੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਸ ਪਿੰਡ ਦੇ ਨਿਵਾਸੀ ਹੋ, ਕਿੰਨੀ ਕੁ ਜ਼ਮੀਨ ਦੇ ਵਿੱਚ ਖੇਤੀ ਕਰਦੇ ਹੋ ਤੇ ਪਰਾਲੀ ਜਿਹੜੀ ਸਾੜਨ ਦੇ ਵਾਸਤੇ ਸਰਕਾਰ ਤਾਂ ਹੁਣ ਤਿਆਰ ਹੋਈ ਹੈ ਕਿ ਪਰਾਲੀ ਨਹੀਂ ਸਾੜਨੀ, ਤੁਸੀਂ ਕਦੋਂ ਤੋਂ ਸੋਚਣਾ ਸ਼ੁਰੂ ਕਰਤਾ ਸੀ? ਤੁਹਾਡੇ ਪਿੰਡ ਦਾ ਜਿਵੇਂ ਜ਼ਿਕਰ ਚੱਲਦਾ ਹੈ। ਅਸੀਂ ਕੋਈ 2008 ਦੇ ਵਿੱਚ ਸ਼ੁਰੂ ਕੀਤਾ ਹੈ। ਜਦੋਂ ਤੋਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਨਾੜ ਵੀ ਨਹੀਂ ਸਾੜਦੇ ਕਣਕ ਦਾ, ਤੇ ਬਹੁਤ ਨਵੇਂ ਸੰਦ ਵਰਤਦੇ ਹਾਂ। ਉਹਦਾ ਸਾਨੂੰ ਬਹੁਤ ਵਧੀਆ ਲਾਭ ਮਿਲ ਰਿਹਾ ਤੇ ਬਹੁਤ ਫਸਲ ਵੀ ਚੰਗਾ ਝਾੜ ਦਿੰਦੀ ਹੈ, ਕੋਈ ਫਰਕ ਨਹੀਂ ਪਿਆ। ਖਾਦਾਂ ਵੀ ਘੱਟ ਪਾਉਂਦੇ, ਯੂਰੀਆ ਵੀ ਘੱਟ ਪਾਉਂਦੇ, ਡਾਈ ਵੀ ਬਹੁਤ ਘੱਟ ਪਾਉਂਦੇ, ਇਹ ਨਾੜ ਦਾ ਸਾਨੂੰ ਬਹੁਤ ਫਾਇਦਾ ਹੁੰਦਾ। ਦਵਾਈ ਵੀ ਘੱਟ ਖਾਂਦੇ ਹੋਵੋਗੇ? ਹਾਂਜੀ ਹਾਂਜੀ, ਦਵਾਈ ਵੀ ਘੱਟ ਖਾਣੀ, ਜ਼ਹਿਰ ਨਹੀਂ ਅੰਦਰ ਜਾਣਾ, ਦਵਾਈ ਘੱਟ ਹੀ ਖਾਣੀ ਹੈ ਜੀ। ਕੁਦਰਤੀ ਗੱਲ ਹੈ ਨਾ ਜੀ, ਕਿਉਂਕਿ ਜੇ ਅਸੀਂ ਜ਼ਹਿਰ ਨਹੀਂ ਖਾਵਾਂਗੇ, ਗੱਲ ਤੁਹਾਡੇ ਵਾਲੀ ਸਹੀ ਹੈ, ਤੇ ਫਿਰ ਜ਼ਹਿਰ ਪਾਵਾਂਗੇ ਵੀ ਨਹੀਂ ਤੇ ਜ਼ਹਿਰ ਅੱਗੇ ਦਵਾਈਆਂ ਵੀ ਨਹੀਂ ਲੈਣੀਆਂ ਪੈਣਗੀਆਂ। ਤੇ ਨਾਲ ਹੀ ਸਾਡੇ ਚਾਚਾ ਜੀ, ਮੈਂ ਤੁਹਾਡੇ ਤੋਂ ਵੀ ਚਾਚਾ ਜੀ ਜਾਣਨਾ ਚਾਹੂੰਗਾ, ਕਿਉਂਕਿ ਮੈਂ ਦੱਸ ਰਿਹਾ ਜੀ ਕਿ ਪ੍ਰਿੰਸ ਸੰਧੂ ਸਾਹਿਬ ਦੇ ਚਾਚਾ ਜੀ ਨੇ ਇਹ ਚੈਨਲ ਵੀ ਇਹਨਾਂ ਦਾ, ਉਹ ਕਹਿੰਦੇ ਉਹਨਾਂ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ, ਤੇ ਗੱਲਬਾਤ ਇਹਨਾਂ ਦੇ ਨਾਲ ਕਰਾਂ। ਚਾਚਾ ਜੀ, ਖੇਤੀ ਦੇ ਵਿੱਚ ਜੇ ਅਸੀਂ ਤੁਹਾਡੇ ਕੋਲੇ ਆਉਂਦੇ ਜਾਂਦੇ ਹੀ ਰਹਿੰਦੇ ਹਾਂ, ਸਾਗ ਤਾਂ ਸੁੱਖ ਨਾਲ ਬਹੁਤ ਸਵਾਦ ਹੁੰਦਾ, ਨਿੰਮੂਆਂ ਦਾ ਬੂਟਾ ਵੀ ਕਮਾਲ ਦਾ। ਤੇ ਜੇ ਅਸੀਂ ਦੂਸਰੀ ਖੇਤੀ ਦੀ ਗੱਲ ਕਰਾਂਗੇ, ਜਿਹੜੀ ਰਵਾਇਤੀ ਖੇਤੀ ਹੈ, ਤੁਹਾਡੇ ਪਿੰਡ ਦਾ ਨਾਮ ਹੈ ਇਸ ਮਾਮਲੇ ਦੇ ਵਿੱਚ ਹੁਣ ਚਰਚਾ ਦੇ ਵਿੱਚ ਹੈ। ਬੇਸ਼ੱਕ ਉਹ ਗੁਰਬਚਨ ਸਿੰਘ ਹੋਰਾਂ ਕਰਕੇ ਹੈ, ਬੇਸ਼ੱਕ ਤੁਹਾਡੇ ਕਰਕੇ ਹੈ, ਜਾਂ ਪਿੰਡ ਵਾਸੀਆਂ ਦੇ ਕਰਕੇ, ਤੇ ਸਾਰਿਆਂ ਦਾ ਕਰਕੇ ਇਕੱਠਾ ਇਹਨਾਂ ਦੇ ਕੰਮ ਚਾਲੂ ਸ਼ੁਰੂ ਕੀਤਾ। ਬਾਕੀ ਅਸੀਂ ਨਾਲ ਇਹਨਾਂ ਦੇ ਲੱਗ ਕੇ, ਅਸੀਂ ਵੀ ਉਹ ਮਗਰ ਇਹਨਾਂ ਦੇ ਲੱਗ ਕੇ ਸਾਰਾ ਕੰਮ ਸ਼ੁਰੂ ਕੀਤਾ। ਅਸੀਂ ਵੀ ਅੱਗ ਲਾਉਣੀ ਛੱਡੀ ਆ, ਹੋਰ ਕੰਮ ਹੀ ਦਵਾਈਆਂ ਘਟਾ ਰਹੇ ਹਾਂ। ਇਸ ਦਾ ਅਸਰ ਨੇੜਲੇ ਪਿੰਡਾਂ 'ਚ ਵੀ ਪੈ ਰਿਹਾ? ਹਾਂਜੀ ਪੈ ਰਿਹਾ, ਬਹੁਤ ਅਸਰ ਪੈ ਰਿਹਾ। ਲਾਡਲੇ ਪਿੰਡ ਵੀ ਨਾਲ ਜੁੜਦੇ ਜਾਂਦੇ ਨੇ ਸੱਜੇ ਸੱਜੇ। ਤੇ ਗੁਰਬਚਨ ਸਿੰਘ ਜੀ, ਤੁਹਾਡਾ ਤਾਂ ਮੈਂ ਕਈ ਵਾਰ ਜ਼ਿਕਰ ਸੁਣਿਆ, ਸਬੱਬੀ ਦਰਸ਼ਨ ਅੱਜ ਹੋਏ ਨੇ। ਉਹ ਕਹਿੰਦੇ ਹੁੰਦੇ ਨਾ ਕਿ ਸਾਡਾ ਵੱਜਣਾ ਸਬੱਬ ਨਾਲ ਗੇੜਾ, ਅਸੀਂ ਕਿਹੜਾ ਰੋਜ਼ ਲੰਘਣਾ, ਪਰ ਤੁਹਾਡੇ ਕੋਲੇ ਗੇੜੇ ਮਾਰਨੇ ਚਾਹੀਦੇ ਆ। ਕਿਸਾਨਾਂ ਨੂੰ ਸਿੱਖਣ ਦੀ ਲੋੜ ਹੈ। ਗੁਰੂ ਨਾਨਕ ਦਾ ਸਿਧਾਂਤ, ਜਿੱਥੋਂ ਤੁਹਾਡੀਆਂ ਗੱਲਾਂ ਸੁਣੀਆਂ, ਉਸ ਸਿਧਾਂਤ ਨੂੰ ਤੁਸੀਂ ਅਪਣਾਏ ਹੋਏ ਹੋ। ਇਹ ਕਦੋਂ ਤੋਂ ਤੁਹਾਨੂੰ ਇਹ ਲੱਗਿਆ ਕਿ ਇਸ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ, ਜਿਹੜੀ ਕੁਦਰਤੀ ਖੇਤੀ, ਰਵਾਇਤੀ ਖੇਤੀ, ਜਿਹੜੀ ਸਾਡੇ ਮਾਲਾ ਵਾਲੇ ਬਾਬੇ ਨੇ ਦੱਸੀ ਸੀ? ਹਾਂਜੀ, ਅਸੀਂ ਉੱਥੋਂ ਸ਼ੁਰੂ ਕੀਤੀ। ਜਦੋਂ ਖੇਤੀ ਕਰਨੀ ਸ਼ੁਰੂ ਕੀਤੀ, ਅਸੀਂ ਰੋਜ਼ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਮ ਸੁਣਦੇ ਪੜ੍ਹਦੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸ਼ਬਦ ਦਾ, ਗੁਰ ਸਿਧਾਂਤ ਦਾ, ਗੁਰਬਾਣੀ ਦਾ ਪ੍ਰਚਾਰ ਜਿੰਨਾ ਸਿੱਖ ਸੰਗਤਾਂ ਨੇ ਕੀਤਾ, ਉਹ ਤੋਂ ਵੀ ਵਧੀਆ ਕਰਨਾ ਸਾਡਾ ਫਰਜ਼ ਬਣਦਾ। ਸ਼ਬਦ ਦੀ ਪੂਜਾ ਵੀ ਕੀਤੀ। ਗੁਰੂ ਨਾਨਕ ਸੱਚੇ ਪਾਤਸ਼ਾਹ 10 ਗੁਰੂਆਂ ਦੇ ਰੂਪ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਜਿੱਥੇ ਜਿੱਥੇ ਚਰਨ ਪਾਏ, ਉਹ ਧਰਤੀ ਵੀ ਪੂਜੀ ਗਈ। ਇਹ ਤੋਂ ਵੀ ਵੱਧ ਪੂਜੀ ਜਾਣੀ ਚਾਹੀਦੀ। ਜਦੋਂ ਖੇਤੀ ਕਰਨ ਲੱਗੇ, ਸਾਨੂੰ ਇਸ ਚੀਜ਼ ਦੀ ਥੋੜ੍ਹ ਹੋਈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸ਼ਬਦ ਵੀ ਪੂਜ ਲਿਆ, ਚਰਨ ਵੀ ਪੂਜ ਲਏ, ਧਰਤੀ ਵੀ ਪੂਜ ਲਈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕੀਤੀ ਖੇਤੀ ਉੱਥੇ ਹੀ ਛੱਡ ਦਿੱਤੀ। ਅੱਜ ਤੱਕ ਕਿਤਿਓਂ ਵੀ ਸਾਨੂੰ ਬਚਪਨ ਤੋਂ ਲੈ ਕੇ ਵਿਦਿਆ ਲਈ ਗਿਆਨ ਜਿੰਨਾ ਸਾਨੂੰ ਮਿਲਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜੋ ਖੇਤੀ ਦਾ ਗਿਆਨ ਹੈ, ਜਨਮ ਸਾਖੀ ਵਿੱਚ ਹੀ ਰਹਿ ਗਿਆ। ਕਿਸੇ ਨੇ ਸਟੇਜ ਤੋਂ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਖੇਤੀ ਕਿੱਦਾਂ ਦੀ ਕੀਤੀ ਜੀ। ਬਹੁਤੀ ਗੱਲ ਲੰਮੀ ਨਾ ਕਰਾਂ, ਉਤੋਂ ਫਿਰ ਅਸੀਂ ਇਹੀ ਮੰਗ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਵੀ ਸੱਚੇ ਪਾਤਸ਼ਾਹ ਹੋਰ ਸਭ ਕੁਝ ਦਿੱਤਾ ਹੀ, ਉਹ ਖੇਤੀ ਦਾ ਸਿਧਾਂਤ ਵੀ ਦੇ ਦੇ। ਤੇਰੀ ਖੇਤੀ ਸ਼ਾਹਾਂ ਦੇ ਪਾਤਸ਼ਾਹਾਂ ਦੀ ਖੇਤੀ ਆ, ਰੱਬ ਦੀ ਖੇਤੀ ਆ। ਇਹ ਪਾਤਸ਼ਾਹੀ ਖੇਤੀ ਨੂੰ ਅੱਜ ਅਸੀਂ ਗਰੀਬੀ ਲੈਵਲ ਤੇ ਲੈ ਆਂਦਾ। ਖੇਤੀ ਕਰਦਿਆਂ ਜਿਹੜੀ ਅੱਜ ਹਾਲਤ ਜ਼ਿਮੀਂਦਾਰ ਦੀ ਹੋ ਗਈ ਆ, ਦੱਸਣ ਤੋਂ ਬਾਹਰ ਆ, ਦੱਸਿਆ ਚੰਗੇ ਨਹੀਂ ਲੱਗੀਦਾ। ਇੰਨੀ ਮੰਦੀ ਹਾਲਤ ਹੋ ਗਈ ਆ, ਗਲਤ ਤਰੀਕੇ ਅਪਣਾ ਲਿਆ। ਜੋ ਉਹਦਾ ਨੁਕਸਾਨ ਹੋਇਆ ਕਿਸਾਨਾਂ ਨੂੰ, ਸਿੱਖਾਂ ਨੂੰ, ਬਾਕੀ ਸਾਰੇ ਧਰਮਾਂ ਦੇ ਸਾਂਝੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰਿਆਂ ਦਾ ਹੀ ਨੁਕਸਾਨ ਹੋਇਆ। ਜਦੋਂ ਤੋਂ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾਉਣਾ ਸ਼ੁਰੂ ਕੀਤਾ, ਹਰ ਸਾਲ ਅਸੀਂ ਤੁਰਨ ਤੋਂ ਪਹਿਲਾਂ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਤੇਰੀ ਖੇਤੀ ਦਾ ਗਿਆਨ ਮੰਗਦੇ ਹਾਂ। ਪਿੰਡ ਪਿੰਡ ਜਾ ਕੇ ਅਸੀਂ ਲੋਕਾਂ ਨੂੰ ਵੀ ਕਹਿੰਦੇ ਵੀ ਤੁਸੀਂ ਵੀ ਮੰਗੋ। ਸਾਰੇ ਸਿੱਖਾਂ ਗਾੜੀ ਬੇਨਤੀ ਸਾਡੀ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਖੇਤੀ ਦਾ ਸਿਧਾਂਤ ਮੰਗੀਏ। ਤੇ ਕਿਸੇ ਦੀ ਮਥਾਜੀ ਨਹੀਂ ਹੈ ਇਹਦੇ ਵਿੱਚ, ਕੋਈ ਕਿਸੇ ਦਾ ਵਿਚੋਲਾ ਨਹੀਂ ਹੈ। ਜਿਹੜਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਂ ਲੈਂਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡੇ
ਸੂਰਜਾਂ ਦੇ ਸੂਰਜ ਆ, ਜਿਸ ਤਰ੍ਹਾਂ ਗੁਰਬਾਣੀ 'ਚ ਲਿਖਿਆ ਵਾ, ਹਰ ਕਾ ਨਾਮ ਕੋਟ ਸੂਰ ਉਜਿਆਰਾ। ਥੋੜੀ ਜਿਹੀ ਰੋਸ਼ਨੀ ਨਹੀਂ, ਕਰੋੜਾਂ ਸੂਰਜਾਂ ਦਾ ਚਾਨਣ ਹੋਵੇ, ਉਸ ਤੋਂ ਵੱਧ ਪਾਤਸ਼ਾਹ ਤੇਰਾ ਵਿਗਿਆਨ ਦਾ, ਗੁਰ ਗਿਆਨ ਦਾ ਚਾਨਣ ਆ। ਸਾਨੂੰ ਬਖਸ਼ੋ, ਸਾਡੀ ਡਿੱਗੀ ਹੋਈ ਖੇਤੀ ਨੂੰ, ਖਰਾਬ ਹੋਈ ਖੇਤੀ ਨੂੰ ਫਿਰ ਨਵੇਂ ਸਿਰਿਓਂ ਤੋਰੋ, ਤੇ ਅਸੀਂ ਖੇਤੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਈਏ। ਅੱਜ ਇਹ ਦੱਸਣ ਦੀ ਲੋੜ ਨਹੀਂ, ਹਰ ਇੱਕ ਇਨਸਾਨ ਤੱਕ ਇਹ ਗੱਲ ਪਹੁੰਚ ਚੁੱਕੀ ਹੈ। ਹਰ ਕੋਈ ਜਾਗਰੂਕ ਹੋ ਗਿਆ ਵਾ ਵੀ ਜੇ ਖੇਤੀ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਨੇ ਆ ਤੇ ਤੁਸੀਂ ਤਾਂ ਸਾਨੂੰ ਕੁਦਰਤ ਦੀ ਪੂਜਾ ਕਰਨ ਨੂੰ ਕਿਹਾ, ਅਸੀਂ ਤੇਰੀ ਕੁਦਰਤ ਸਾੜ ਕੇ ਸਵਾਹ ਕਰ ਦੇਣ ਲੱਗੇ ਆ। ਤੇਰਾ ਉਪਦੇਸ਼ ਦਿੱਤਾ ਸੱਚੇ ਪਾਤਸ਼ਾਹ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇੰਜ ਲੱਗਦਾ ਜਿਸ ਤਰ੍ਹਾਂ ਲੋਕਾਂ ਨੇ ਸਹੁੰ ਖਾਧੀ ਰਹਿਣੀ ਹੀ ਨਹੀਂ ਦੇਣਾ ਜੀ। ਪਰ ਹੁਣ ਅੱਜ ਕੋਸ਼ਿਸ਼ ਕਰੀਏ ਸਾਨੂੰ ਉਹ ਗੁਰ ਗਿਆਨ ਮਿਲੇ, ਅਸੀਂ ਪਰਾਲੀ ਦੀ ਸੁਚੱਜੀ ਵਰਤੋਂ ਕਰੀਏ। ਕਣਕ ਦੇ ਜੋ ਰੈਜ਼ੀਡਿਊ ਹੈ, ਜੋ ਇਹਦਾ ਰਹਿੰਦ ਖੂੰਹਦ ਹੈ ਕਣਕ ਦਾ, ਉਹ ਠੀਕ ਤਰੀਕੇ ਦੇ ਨਾਲ, ਪ੍ਰੋਪਰ ਤਰੀਕੇ ਨਾਲ ਉਹਨੂੰ ਯੂਜ਼ ਕਰੀਏ। ਅੱਜ ਆਪਾਂ ਪਰਾਲੀ ਦੇ ਵਿਸ਼ੇ ਦੇ ਉੱਤੇ ਕਰੰਟ ਪ੍ਰੋਬਲਮ ਜੋ ਹੈ, ਸਾਨੂੰ ਅੱਜ ਪਰਾਲੀ ਨੂੰ ਸਾਂਭ ਸੰਭਾਲਦੀ ਹੈ ਬਹੁਤ। ਸਰਕਾਰ ਵੀ, ਇਹ ਡਿਪਾਰਟਮੈਂਟ ਵੀ, ਇੰਜੀਨੀਅਰਿੰਗ ਡਿਪਾਰਟਮੈਂਟ ਵੀ ਨਵੀਂ ਮਸ਼ੀਨਰੀ ਦੇ ਰਿਹਾ। ਅੱਜ ਇੱਕ ਹੈਪੀ ਸੀਡਰ ਮਸ਼ੀਨ ਤਿਆਰ ਕੀਤੀ ਹੈ HS ਸਿੱਧੂ ਸਾਹਿਬ ਜੀ ਉਹਨਾਂ ਨੂੰ, ਮੇਰਾ ਉਹਨਾਂ ਦਾ ਜ਼ਿਕਰ ਕਰਨ ਨੂੰ ਜ਼ਰੂਰ ਜੀ ਕਰਦਾ, ਜਿਨ੍ਹਾਂ ਨੇ ਇਹ ਸੰਦ ਬਣਾ ਕੇ ਦਿੱਤਾ। ਹੋਰ ਵੀ ਮਿਸਤਰੀ ਬਹੁਤ ਤਿਆਰ ਕਰਦੇ ਆ। ਰਮਦਾਸ ਦੇ ਵਿੱਚ ਕੰਬੋਜ ਮਕੈਨੀਕਲ ਵਰਕਸ ਵਾਲੇ ਮਸ਼ੀਨਾਂ ਤਿਆਰ ਕਰਦੇ, ਬਹੁਤ ਵਧੀਆ। ਅਸੀਂ ਉਹਨਾਂ ਦੀ ਮਸ਼ੀਨਰੀ ਵਰਤ ਰਹੇ ਹਾਂ, ਕੋਈ ਮੁਸ਼ਕਲ ਨਹੀਂ ਆਉਂਦੀ। ਇੱਕ ਸਹਿ ਸੁਭਾਅ 15-20 ਲੀਟਰ ਡੀਜ਼ਲ ਬਚ ਜਾਂਦਾ, ਲੇਬਰ ਵੀ ਬਚ ਜਾਂਦੀ, ਤੇ ਕਣਕ ਬੀਜੀ ਜਾਂਦੀ, ਕਣਕ ਦਾ ਝਾੜ ਵੱਧਦਾ ਵਾ। ਮੈਂ ਤੁਹਾਨੂੰ ਇੰਟਰਰਪਟ ਕਰਦਾ ਜੀ। ਕਿਹਾ ਇਹ ਜਾਂਦਾ ਕਿ ਖਰਚੇ ਵੱਧ ਜਾਂਦੇ ਨੇ। ਕਿਸਾਨ ਯੂਨੀਅਨਾਂ ਜਿਹੜੀਆਂ ਉਹ ਪ੍ਰੋਟੈਸਟ ਕਰ ਰਹੀਆਂ ਕਿ ਕਿਸਾਨਾਂ ਦੇ ਖੇਤੀ ਖਰਚੇ ਇਸ ਚੀਜ਼ ਨਾਲ ਵੱਧ ਜਾਣੇ ਆ। ਤੁਸੀਂ ਕਹਿੰਦੇ ਹੋ 15-20 ਲੀਟਰ ਬਚ ਜਾਂਦਾ, ਇਹ ਜ਼ਰੂਰ ਦੱਸੋ ਕਿ ਬਚਦਾ ਕਿਵੇਂ ਆ? ਪਹਿਲੋਂ ਪੈਲੀ ਨੂੰ ਵਾਹ ਕੇ ਤਵੀਆਂ ਦੇ ਨਾਲ ਦੋਹਰ ਪਾ ਕੇ ਭਰਦੇ ਆ, ਇੱਕ ਪਾਣੀ ਗਵਾਚ ਗਿਆ, ਤੇ ਉਹਨੂੰ ਜਦੋਂ ਵੱਤਰ ਆਉਂਦੀ ਆ ਉਹਨੂੰ ਫਿਰ ਤਵੀਆਂ ਮਾਰਦੇ ਆ, ਰੋਟਾਵੇਟਰ ਮਾਰਦੇ ਆ, ਫਿਰ ਪੈਲੀ ਤਿਆਰ ਕਰਕੇ ਫਿਰ ਡਰਿਲ ਕਰਦੇ ਆ। ਇਹ ਥਿਊਰੀ ਇਹੋ ਜਿਹੀ ਆ ਵੀ ਇਹ ਝੋਨੇ ਦੇ ਵੱਤਰ ਦੇ ਵਿੱਚ ਹੀ ਕਣਕ ਬੀਜ ਦਿੰਦੀ, ਨਾ ਪਾਣੀ ਦੇਣਾ ਪੈਂਦਾ, ਨਾ ਪੈਲੀ ਨੂੰ ਵਾਹੁਣਾ ਪੈਂਦਾ ਜੀ। ਜਦੋਂ ਪਹਿਲੋਂ ਨਾ ਜਾਚ ਆਵੇ ਉਦੋਂ 4-5 ਲੀਟਰ ਡੀਜ਼ਲ ਲੱਗ ਜਾਂਦਾ। ਜਿੱਦਣ ਜਾਚ ਆ ਗਈ ਉਦੋਂ ਇਹ 3 ਲੀਟਰ ਨਾਲ ਵੀ ਕਿੱਲਾ ਘੇਰ ਲੈਂਦਾ ਜੀ। ਇਹ ਬਿਜਾਈ ਦੇ ਵਿੱਚ ਇੱਕ ਫਾਇਦਾ ਹੋ ਗਿਆ। ਤੇ ਬਾਕੀ ਇਹਦੇ ਵਿੱਚ ਜਦੋਂ ਇਹ ਹੇਠ ਤੇ ਆਪਾਂ ਹਰ ਸਾਲ ਵਰਤਾਂਗੇ, ਇਹਦੀ ਮਲਚਿੰਗ ਦੇ ਰੂਪ ਵਿੱਚ ਇੱਕ ਸਾਨੂੰ ਜੈਵਿਕ ਪਦਾਰਥ ਜ਼ਮੀਨ ਦੇ ਵਿੱਚ ਇੰਨਾ ਉਹਦਾ ਵੱਧ ਜਾਂਦਾ ਲੈਵਲ ਵੀ ਉਹਨੂੰ ਰਸਾਇਣਿਕ ਖਾਦਾਂ ਦੀ ਪਹਿਲੋਂ ਸ਼ੁਰੂ ਦੇ ਵਿੱਚ ਮਹਿਸੂਸ ਹੁੰਦਾ ਵਾ ਵੀ ਪਤਾ ਨਹੀਂ ਲੱਗਾ। ਜਦੋਂ ਆਦਮੀ ਖਾਦਾਂ ਵਰਤੀ ਜਾਂਦਾ ਫਿਰ ਉਹਦਾ ਫਸਲ ਦਾ ਆਕਾਰ ਫੈਲਾਅ ਵੱਧ ਜਾਂਦਾ। ਫਿਰ ਹਰ ਜ਼ਿਮੀਂਦਾਰ ਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਂ ਇਹਦੇ ਵਿੱਚ ਖਾਦਾਂ ਦੀ ਵਰਤੋਂ ਘੱਟ ਕਰਾਂ। ਜਦੋਂ ਖਾਦਾਂ ਘਟਾਈਆਂ ਤੇ ਰਸਾਇਣਿਕ ਦਵਾਈਆਂ ਦੀ ਲੋੜ ਨਹੀਂ ਪੈਣੀ ਜੀ। ਇਹ ਸਾਰਾ ਸਮਾਂ ਮੈਂ ਨਾ ਲਵਾਂ, ਮੇਰੇ ਵੀਰ ਵੀ ਨਹੀਂ, ਮੈਂ ਤੁਹਾਡੇ ਨਾਲ ਵੀ ਗੱਲ ਕਰਨੀ ਹੈ। ਪਿੰਡ ਦੇ ਸਾਰੇ ਪਤਵੰਤੇ ਸਾਡੇ ਵਾਸਤੇ ਸਨਮਾਨਯੋਗ ਹੈ, ਇਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿਉਂਕਿ ਤੁਹਾਡੇ ਕਰਕੇ ਚਰਚਾ ਪਿੰਡ ਦੀ ਇੱਕ ਵਾਰ ਫੇਰ ਚੱਲੀ ਹੈ। ਔਰ ਉਹ ਵੱਡੀ ਗੱਲ ਹੈ ਕਿ ਤੁਸੀਂ ਧੀ ਦੇ ਵਿਆਹ ਦੇ ਉੱਤੇ ਹੈਪੀ ਸੀਡਰ ਦੇਣ ਦੀ ਗੱਲ ਕੁੜਮਾਂ ਦੇ ਨਾਲ ਕੀਤੀ। ਵੈਸੇ ਤਾਂ ਇਹ ਹੁੰਦਾ ਕਿ ਅਸੀਂ ਤਾਂ 5 ਮਿਲਣੀਆਂ ਕਰਨੀਆਂ, ਪ੍ਰਾਹੁਣਿਆਂ ਨੂੰ ਵੀ ਛਾਂਪ ਪਾਉਣੀ ਆ, ਦੂਜਿਆਂ ਨੂੰ ਵੀ ਅੰਗੂਠੀਆਂ ਪਾਉਣੀਆਂ। ਇੱਧਰ ਤਾਂ ਮੈਨੂੰ ਪਤਾ ਲੱਗਿਆ ਕੜਿਆਂ ਕੁੜਿਆਂ ਤੱਕ ਦਾ ਰਿਵਾਜ਼ ਚੱਲਦਾ, ਪਰ ਗੱਡੀਆਂ ਦੇਣ ਦੀ ਥਾਂ ਦੇ ਉੱਤੇ ਤੁਸੀਂ ਹੈਪੀ ਸੀਡਰ ਮਸ਼ੀਨ ਦੇਣ ਦੀ ਜਿਹੜੀ ਗੱਲ ਕੀਤੀ ਹੈ, ਉਹਦੇ ਪਿੱਛੇ ਕਹਾਣੀ ਕੀ ਸੀ, ਉਹ ਮਾਮਲਾ ਕੀ ਸੀ? ਸਾਡੇ ਹਰ ਕਦਮ ਦੇ ਵਿੱਚ, ਹਰ ਕਦਮ ਪੁੱਟਣ ਲੱਗਿਆ ਸਾਡੀ ਰੀਝ ਹੁੰਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਪੁੱਛ ਕੇ ਪੁੱਟਿਆ ਜਾਵੇ ਜੀ। ਉਹ ਸਾਨੂੰ ਉਹ ਤੋਂ ਸੇਧ ਮਿਲਦੀ ਹੈ ਵੀ ਤੇਰਾ ਕੀਤਾ ਐਕਸ਼ਨ ਜਿਹੜਾ ਕੋਈ ਵੀ ਉਹ ਕਿਸੇ ਦੇ ਲਾਇ ਬੰਦਾ ਬਣ ਸਕੇ, ਕਿਸੇ ਵਾਸਤੇ ਕੋਈ ਉਹ ਤੋਂ ਫਾਇਦਾ ਲੈ ਲੇ। ਤੇ ਜਦੋਂ ਬੇਟੀ ਦੀ ਸ਼ਾਦੀ ਕੀਤੀ, ਉਹ ਸਬੱਬ ਬਣਿਆ ਸਾਡਾ ਉਹ ਪ੍ਰੋਗਰਾਮ ਥੋੜਾ ਜਿਹਾ ਅੱਗੇ ਪੈ ਗਿਆ। ਅਸੀਂ ਮਸ਼ੀਨ ਬੁੱਕ ਕੀਤੀ ਸੀਗੀ ਕੰਬੋਜ ਵਾਲਿਆਂ ਕੋਲੋਂ ਵੀ ਜੇ ਸਾਡਾ ਆਨੰਦ ਕਾਰਜ ਦਾ ਪ੍ਰੋਗਰਾਮ ਮੌਕੇ ਤੇ ਬਣ ਗਿਆ ਤੇ ਫਿਰ ਉਹ ਮਸ਼ੀਨ ਜਿਹੜੀ ਹੈ ਉਹ ਸਾਨੂੰ ਲਿਆ ਕੇ ਦਿੱਤੀ ਜਾਵੇ। ਅਸੀਂ ਦਾਜ ਦੇ ਵਿੱਚ ਮਸ਼ੀਨ ਦੇਣੀ ਹੈ ਜੀ, ਤਾਂ ਕਿ ਉਹ ਬੇਟੇ ਦੀ ਵੀ ਆਮਦਨ ਵਧੇ, ਉਹਦੀ ਵੀ ਤਰੱਕੀ ਹੋ ਸਕੇ ਜੀ। ਇਹ ਵਧੀਆ ਤੁਸੀਂ ਉਪਰਾਲਾ ਕੀਤਾ, ਕਿਉਂਕਿ ਨਹੀਂ ਤਾਂ ਇਹ ਹੈ ਕਿ ਅਸੀਂ ਟਰੈਕਟਰ ਕਿਸੇ ਟਾਈਮ ਦਿੰਦੇ ਹੁੰਦੇ ਸੀ ਟਰੈਕਟਰ। ਮੈਨੂੰ 1-2 ਕੇਸ ਪਤਾ ਨੇ ਕਿ ਦਾਜ ਦੇ ਵਿੱਚ ਚਲੋ ਇਹ ਵੀ ਹੁੰਦਾ ਕਿ ਧੀਆਂ ਦਾ ਜ਼ਮੀਨ ਦੇ ਉੱਤੇ ਹੱਕ ਹੁੰਦਾ ਸੀ। ਜ਼ਮੀਨ ਤਾਂ ਨਹੀਂ ਦੇਣੀ ਹੁੰਦੀ, ਉਹਨੂੰ ਦਾਜ ਦੇ ਰੂਪ 'ਚ ਕੁਛ ਨਾ ਕੁਛ ਦੇ ਦਿੰਦੇ ਆ ਜਾਂ ਅਗਲੇ ਮੰਗ ਲੈਂਦੇ ਆ। ਇਹ ਵੀ ਮਜਬੂਰੀ ਹੈ ਜਾਂ ਸੱਭਿਆਚਾਰ ਬਣ ਗਿਆ ਸਾਡਾ। ਤੇ ਅਸੀਂ ਜਦੋਂ ਉਹਨਾਂ ਨੂੰ ਬੁਲਟ ਮੋਟਰਸਾਈਕਲ ਜਾਂ ਫਿਰ ਕਾਰਾਂ ਦੇ ਦਿੰਦੇ ਆ, ਉੱਥੇ ਖਰਚਾ ਵਧਾ ਦਿੰਦੇ ਆ। ਫਿਰ ਕਿਉਂਕਿ ਕਾਰ ਤੇ ਤਾਂ ਉਹ ਕੰਮ ਤਾਂ ਆਉਣਾ ਨਹੀਂ ਨਾ, ਪਹਿਲਾਂ ਤਾਂ ਇੱਕ ਤੁਹਾਨੂੰ ਕਮਰਾ ਪਾਉਣਾ ਪੈਣਾ ਉਹਨੂੰ ਖੜਾਉਣ ਦੇ ਵਾਸਤੇ। ਜੇ ਖੇਤੀ ਦੇ ਨਾਲ ਜੋੜਨਾ, ਖੇਤੀ ਦੇ ਨਾਲ ਜੁੜੇ ਪਰਿਵਾਰ ਆ, ਫਿਰ ਇਹ ਤੁਹਾਡੇ ਵਾਲੀ ਸੋਚ ਕਿਤੇ ਜ਼ਿਆਦਾ ਵਧੀਆ। ਅਗਲੀ ਗੱਲ ਮੈਂ ਤੁਹਾਡੇ ਤੋਂ ਇੱਕ ਹੋਰ ਜਾਣਨੀ ਚਾਹਣਾ, ਉਹ ਹੈ ਤੁਹਾਡੀ ਡੈਰੀ ਦਾ ਕੰਮ। ਇਹ ਕਦੋਂ ਸ਼ੁਰੂ ਹੋਇਆ ਸੀ ਤੇ ਅੱਜ ਕਹਿੰਦੇ ਤੁਸੀਂ ਦੁੱਧ ਤਾਂ ਵੇਚਦੇ ਹੀ ਨਹੀਂ? ਇੱਕ ਛੋਟਾ ਜਿਹਾ ਕਦਮ ਮੈਂ ਵਿੱਚ ਸਟੈਪ ਮੰਗਿਆ ਸੀ ਪਰਮੇਸ਼ਰ ਕੋਲ, ਮੈਂ ਉਹਦਾ ਵੀ ਜ਼ਿਕਰ ਕਰ ਜਾਵਾਂ। ਮੈਂ ਤੁਹਾਡੀ ਗੱਲ ਦਾ ਪਵਿੱਤਰ ਦਿੰਦਾ ਵਾਂ। ਪਿਛਲੇ ਸਾਲ ਬੇਟੇ ਦੀ ਸ਼ਾਦੀ ਦਾ ਪ੍ਰੋਗਰਾਮ ਬਣਿਆ ਜੀ,
ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਬੇਟੇ ਦੇਣ ਲਾਦ ਨੂੰ ਅਸੀਂ ਇਹ ਡਿਮਾਂਡ ਕੀਤੀ ਵੀ ਹੋਰ ਤੁਹਾਡੇ ਕੋਲੋਂ ਅਸੀਂ ਨਾ ਹੀ ਰੋਕਾ, ਨਾ ਠਾਕਾ, ਨਾ ਸ਼ੁਹਾਰਾ, ਨਾ ਮਿਲਣੀ, ਨਾ ਜਾਣ ਵਾਸਤੇ ਤੁਹਾਡੇ ਤੋਂ ਕੋਈ ਅਰੇਂਜਮੈਂਟ ਕਰਵਾਉਣਾ ਵਾ। ਅਸੀਂ ਤੜਕੇ ਨੇਰੇ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰ ਲਵਾਂਗੇ, ਪਰ ਸਾਡੀ ਇੱਕ ਡਿਮਾਂਡ ਮੰਨ ਲਓ ਵੀ ਤੁਸੀਂ ਵੀ ਜ਼ਮੀਨ ਨੂੰ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਓਗੇ, ਹੈਪੀ ਸੀਡਰ ਨਾਲ ਕਣਕ ਬੀਜੋਗੇ। ਤੇ ਉਹਨਾਂ ਨੇ ਇਸ ਗੱਲ ਨੂੰ ਖੁਸ਼ੀ ਮੰਨ ਲਿਆ ਜੀ। ਇਹ ਰੀਝ ਇਸ ਗੱਲ 'ਚੋਂ ਆਈ ਵੀ ਜੇ ਅੱਜ ਨਾ ਇਹਨਾਂ ਨੂੰ ਮਨਾਇਆ ਤੇ ਇਹਨਾਂ 5-7 ਸਾਲ ਵਿਹਰੇ ਰਹਿਣਾ। ਅੱਜ ਇਹਨਾਂ ਮੰਨ ਜਾਣਾ, ਫਿਰ ਅਸੀਂ ਉਹਨਾਂ ਨੂੰ ਉਸੇ ਦਿਨ ਮਨਾ ਲਿਆ। ਹੁਣ ਮੈਂ ਤੁਹਾਨੂੰ ਡੇਅਰੀ ਦੀ ਜਾਣਕਾਰੀ, ਹਾਂਜੀ, ਅਸੀਂ ਵੇਖਿਆ ਪਹਿਲੋਂ 1980 ਦੇ ਵਿੱਚ ਡੇਅਰੀ ਕੀਤੀ, 25-30 ਪਸ਼ੂ ਰੱਖੇ। ਜੋ ਪ੍ਰੋਗਰਾਮ ਆ ਰਵਾਇਤੀ ਵੀ ਜੱਟ ਦੁੱਧ ਪੈਦਾ ਕਰਕੇ ਕਹਿੰਦਾ ਇਹਨਾਂ ਨੂੰ ਮੈਂ ਗਲੋਂ ਲਾ ਦੇਣਾ, ਤੇ ਫਿਰ ਉਹ ਗਲੋਂ ਲੈਂਦਾ, ਉਹਦਾ ਪੈਸਾ ਕੋਈ ਨਹੀਂ ਵਟਿਆ ਜਾਂਦਾ। ਉਹ ਘਾਟੇ 'ਚ ਗਈ, ਅਸੀਂ ਪਸ਼ੂ ਵੇਚ ਦਿੱਤੇ। 1990 ਦੇ ਵਿੱਚ ਫੇਰ ਹਿੰਮਤ ਕੀਤੀ, ਉਹੋ ਹੀ ਹਾਲ ਫੇਰ ਹੋਇਆ ਜੀ। ਵੇਰਕੇ ਨੂੰ ਦੁੱਧ ਪਾਉਣਾ, ਇੱਥੋਂ ਕੁਝ ਫੈਟ ਕੱਢ ਕੇ ਘਲਣੀ, ਅੱਗੋਂ ਖਰਾਬੀ ਪੈ ਜਾਣੀ ਜਾਂ ਕਿਸ ਤਰ੍ਹਾਂ ਵੀ ਹੋਣਾ। ਸਾਨੂੰ ਉਹ 'ਚ ਘਾਟਾ ਹੀ ਲੱਗਿਆ ਵੀ ਮਿਹਨਤ ਦਾ ਮੁੱਲ ਮੁੜਦਾ ਨਹੀਂ ਹੈ ਜੀ। ਤੇ ਫਿਰ 2005 ਦੇ ਵਿੱਚ ਸਾਨੂੰ ਇੱਥੇ ਸਾਡੇ ਪ੍ਰੇਮ ਆ ਬਾਬੂ ਰੋਸ਼ਨ ਲਾਲ ਜੀ, ਉਹਨਾਂ ਨੇ ਪੈਲਸ ਖੋਲ੍ਹਿਆ ਤੇ ਉਹਨਾਂ ਦੀ ਰੀਝ ਸੀ ਵੀ ਸਾਨੂੰ ਸ਼ੁੱਧ ਚੀਜ਼ ਮਿਲੇ, ਹਰ ਇੱਕ ਚੀਜ਼ ਉਹ ਸ਼ੁੱਧ ਵਰਤਦੇ ਜੀ। ਸਾਨੂੰ ਉਹਨਾਂ ਨੇ ਹੌਸਲਾ ਵਧਾਇਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਪਸ਼ੂ ਰੱਖੋ, ਪਨੀਰ ਅਸੀਂ ਲੈਂਦੇ। ਫਿਰ ਅਸੀਂ 2005 ਦੇ ਵਿੱਚ ਪਨੀਰ ਬਣਾਉਣਾ ਸ਼ੁਰੂ ਕੀਤਾ। ਅੱਜ ਤੱਕ ਅਸੀਂ ਹੋਰ ਵੀ ਪ੍ਰੋਡਕਟ ਬਣਾਉਣੇ ਆ, ਲੇਕਿਨ ਸਾਡਾ ਜ਼ਿਆਦਾ ਪਨੀਰ ਤੇ ਮਨ ਖੁਸ਼ ਆ ਵੀ ਇਹਦੇ ਨਾਲ ਕਿਸੇ ਨੂੰ ਸ਼ੁੱਧ ਪਨੀਰ ਮਿਲ ਜਾਂਦਾ ਜੀ। ਇਹ ਸਿੱਧਾ ਉੱਥੇ ਨਿੱਤ ਉੱਥੇ ਹੀ ਸਪਲਾਈ ਹੁੰਦਾ ਇੱਕੋ ਥਾਂ ਤੇ ਤੁਹਾਡਾ? ਉਹਨਾਂ ਦਾ ਵੀ ਨਹੀਂ ਪੂਰਾ ਹੁੰਦਾ ਜੀ। ਹਾਂਜੀ। ਤੇ ਹੋਰ ਕੀ ਬਣਾ ਰਹੇ ਹੋ ਫਿਰ? ਹੋਰ ਪ੍ਰੋਡਕਟ ਦੀ ਗੱਲ ਕੀਤੀ ਹੈ, ਵੈਸੇ ਤਾਂ ਤੁਸੀਂ ਮੈਨੂੰ ਲੱਗਦਾ ਅਗਾਂਹ ਵਧੂ ਕਿਸਾਨ ਤਾਂ ਹੈਗੇ ਹੋ। ਉਹ ਸੋਚ ਜਿਹੜੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਜੇ ਅਸੀਂ ਦੇਖਦੇ ਹਾਂ ਪਸ਼ੂਆਂ ਦੇ ਵਾਸਤੇ ਵੀ ਅਚਾਰ ਬਣਾਇਆ ਪਿਆ ਹੈਗਾ, ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਸਾਇਲੇਜ ਕਹਿੰਦੇ ਆ ਸ਼ਾਇਦ ਇਸ ਨੂੰ, ਜਾਂ ਹੋਰ ਚੀਜ਼ਾਂ ਅਸੀਂ ਤੁਹਾਡੇ ਖੇਤ ਦੇ ਵਿੱਚ ਦੇਖਦੇ ਹਾਂ। ਦੂਜਿਆਂ ਦੇ ਨਾਲੋਂ ਹਟਵੀਂ ਗੱਲ ਹੈ ਮੇਰੇ ਖਿਆਲ ਦੇ ਵਿੱਚ। ਕਿਸਾਨ ਹੈ ਜਿਹੜੇ, ਉਹਨਾਂ ਨੂੰ ਚਾਹੀਦਾ ਇਹੋ ਜਿਹੇ ਖੇਤ ਦੇਖਣ ਤੁਹਾਡੇ ਵਰਗਿਆਂ ਦੀ, ਜਿੱਥੇ ਹੱਲਾਸ਼ੇਰੀ ਵੱਧਦੀ ਹੈ ਉੱਥੇ ਨਵੀਂ ਰਵਾਇਤ ਤੁਰਦੀ ਹੈ। ਕੁਛ ਹੋਰ ਧਰਮ ਨੇ, ਕੁਛ ਹੋਰ ਰੀਤੀ ਰਿਵਾਜ ਨੇ ਜਿਹੜੇ ਕਹਿੰਦੇ ਆ ਜੀ ਅਸੀਂ ਵੀ ਕੁਦਰਤ ਦੇ ਨਾਲ ਜੁੜੇ ਹਾਂ। ਤੇ ਸਾਡੇ ਤਾਂ ਬਾਬੇ ਨੇ ਜਦੋਂ ਇਹ ਗੱਲ ਕਹਿਤੀ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੁਸੀਂ ਗੱਲ ਕਰਕੇ ਹਟਿਓ ਪਾਣੀ ਦੀ। ਪਵਨ ਤੇ ਪਾਣੀ ਅਸੀਂ ਦੋਨੇ ਗੰਧਲੇ ਕਰਤੇ ਆ, ਦੋਨੇ ਰਹਿਣ ਨਹੀਂ ਦਿੱਤੇ ਇਸ। ਬਿਲਕੁਲ ਬਿਲਕੁਲ। ਤੇ ਇਹਨੂੰ ਮੁੜ ਸਰਜੀਤ ਕਰਨ ਦੇ ਵਾਸਤੇ ਇਹ ਉਪਰਾਲੇ ਕਿੰਨੇ ਕੁ ਕਾਰਗਰ ਸਾਬਤ ਹੋ ਸਕਦੇ ਆ? ਇਹ ਤੁਸੀਂ ਆਪ ਸਰਵੇ ਕਰਕੇ ਵੇਖੋ ਵੀ ਇਹਦਾ ਪ੍ਰਭਾਵ ਕਿੰਨਾ ਕੁ ਪਾਸੇ ਪਿਆ। ਆਹਾਂ ਤੇ ਜੋ ਕਹਿਣਾ ਉਹਨੂੰ ਨਾ ਮੰਨੋ, ਵੇਖ ਕੇ ਆਪ ਅੱਖੀਂ ਵੇਖ ਕੇ ਸਾਨੂੰ ਦੱਸੋ, ਲੋਕਾਂ ਨੂੰ ਦੱਸੋ ਵੀ ਇਹਦਾ ਪ੍ਰਭਾਵ ਕਿੰਨਾ ਕੁ ਲਾਗੇ ਪਿੰਡਾਂ ਦੇ ਪਿਆ ਜੀ। ਅਸੀਂ ਤੇ ਜਿੱਥੋਂ ਤੱਕ ਜਿਹੜਾ ਜ਼ੋਰ ਲੱਗੇ, ਸਾਡਾ ਪਿੰਡ ਕੋਈ ਕਸਰ ਨਹੀਂ ਛੱਡ ਰਿਹਾ। ਇਹ ਬਾਕੀ ਜਾਣਕਾਰੀ ਵੀਰਾਂ ਦਾ ਵੀ ਤੁਸੀਂ ਵੇਰਵਾ ਮਾੜਾ ਦਿਓ। ਅਸੀਂ ਬੀ ਕੀਪਿੰਗ ਦਾ ਕੰਮ ਵੀ ਕਰਦੇ ਹਾਂ। ਸਾਰਾ ਸ਼ਹਿਦ ਅਸੀਂ ਘਰੋਂ ਵੇਚਦੇ, ਪਰਚੋਂ ਜੀ। ਮਾਰਕੀਟ 'ਚ ਅਸੀਂ ਥੋਕ ਤੇ ਨਹੀਂ ਵੇਚਦੇ ਜੀ। ਤੇ ਬਾਜੀ ਤੁਹਾਡੇ ਨਾਲ ਜੇ ਅਸੀਂ ਗੱਲ ਕਰੀਏ, ਵੈਸੇ ਤਾਂ ਤੁਹਾਡੇ ਪਿੰਡ ਦੀ ਗੱਲ ਚੱਲ ਹੀ ਰਹੀ ਹੈ, ਪਿੰਡ ਦੇ ਕਿੰਨੇ ਕੁ ਲੋਕ ਹੈ ਜਿਹੜੇ ਹਲੇ ਵੀ ਅੱਗ ਲਾ ਰਹੇ ਆ? ਪਿਛਲੀ ਵਾਰ ਤਾਂ ਲੋਕਾਂ ਲਾਈ, ਪਰ ਐਤਕੀ ਮੈਨੂੰ ਲੱਗਦਾ ਨਹੀਂ ਲਾਉਣਗੇ। ਉਹਦਾ ਕਾਰਨ ਇਹੀ ਵੀ ਚੰਗਾ ਕੰਮ ਆ, ਜੇ ਨਾੜ ਨਾ ਥਾੜਾਂਗੇ, ਪੋਲਿਊਸ਼ਨ ਨਾ ਬਣੂਗਾ ਤਾਂ ਲੋਕੀ ਬਿਮਾਰੀਆਂ ਤੋਂ ਰਹਿਤ ਰਹਿਣਗੇ। ਹਾਂਜੀ, ਤੇ ਨਾਲੇ ਖਰਚਾ ਘੱਟ ਜਾਊਗਾ। ਉਸ ਚੀਜ਼ ਦਾ ਬਹੁਤ ਫਰਕ ਆ। ਬਾਪੂ ਜੀ ਇਹ ਵੀ ਗੱਲ ਹੈ, ਗੁਰਬਚਨ ਸਿੰਘ ਹੋਰਾਂ ਦੀ ਗੱਲ ਵੀ ਆਪਾਂ ਸੁਣੀ ਹੈ, ਤੁਹਾਡੇ ਪਿੰਡ ਦੇ ਹੋਰ ਪਤਵੰਤਿਆਂ ਦੀ ਗੱਲ ਵੀ ਹੈ। ਸਾਡੀ ਜਿਹੜੀ ਅਸੀਂ ਪੰਜਾਬ ਦੇ ਲੋਕ ਹਾਂ, ਸਾਡਾ ਸਾਰਾ ਦਾਰੋਮਦਾਰ ਖੇਤੀ ਤੇ ਖੜਾ ਹੈ। ਖੇਤੀ ਬੜੀ ਮਾੜੀ ਹੋ ਰਹੀ ਹੈ ਅੱਜ ਕੱਲ੍ਹ। ਵੀ ਅਸੀਂ ਮਹਿੰਗੇ ਲਿਆਉਣੇ ਆ, ਵੇਚਣ ਵੇਲੇ ਸਾਨੂੰ ਵੇਚਣੀ ਨਹੀਂ ਪੈਂਦੀ, ਅਸੀਂ ਮੰਡੀ 'ਚ ਸੁੱਟ ਕੇ ਆਉਣੇ ਆ। ਤੇ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਆ, ਫਿਰ ਇਹ ਆ ਜਿਹੜਾ ਕੁਦਰਤੀ ਤਰੀਕੇ ਦੇ ਨਾਲ ਸਾਡੇ ਕੋਲੇ ਪਰਾਲੀ ਹੈ, ਜਿਵੇਂ ਬਹੁਤ ਵਿਗਿਆਨੀ ਵੀ ਦੱਸਦੇ ਆ ਕਿ ਜੇ ਪਰਾਲੀ ਨੂੰ ਤੁਸੀਂ ਨਹੀਂ ਸਾੜੋਗੇ, ਇੱਕ ਤਾਂ ਤੁਹਾਡੇ ਖੇਤ ਦੇ ਵਿੱਚ ਯੂਰੀਆ ਘੱਟ ਪਾਉਣੀ ਪਊ ਜਾਂ ਹੋਰ ਰੇਹਾਂ ਸਪਰੇਹਾਂ ਘੱਟ ਪਾਉਣੀਆਂ ਪੈਣਗੀਆਂ। ਤੁਹਾਡੇ ਪਿੰਡ ਨੇ ਇਹ ਉਪਰਾਲਾ ਕਰ ਲਿਆ, ਬਾਕੀ ਕਿਉਂ ਨਹੀਂ ਕਰ ਰਹੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਗੁਰਬਚਨ ਸਿੰਘ ਤੇ ਜਸਕਰਨ ਸਿੰਘ ਪ੍ਰਧਾਨ ਕਾਪ ਸੁਸਾਇਟੀ ਦਾ ਕਿੰਨੇ ਸਾਲਾਂ ਚੱਲਦਾ, ਉਹਨੇ ਟਰੈਕਟਰੀ ਮਸ਼ੀਨਾਂ ਉਦੋਂ ਦੀਆਂ ਲਿਆਂਦੀਆਂ। ਇਹਨਾਂ ਨੂੰ ਵੇਖ ਕੇ ਲੋਕਾਂ ਨੇ ਸਾਰਿਆਂ ਲਾਗਲੇ ਪਿੰਡਾਂ 'ਚ ਬਹੁਤ ਅਸਰ ਹੋ ਗਿਆ। ਇੱਕ ਦਿਨ ਵੀ ਖਰਚ ਨਹੀਂ ਆਉਂਦਾ। ਮੇਰਾ ਲੜਕਾ ਬਾਹਰ ਗਿਆ ਤੇ ਅਸੀਂ ਆਖਿਆ ਵੀ ਇਹ ਹੁਣ ਭਰਾਂਗੇ ਪੈਲੀ ਤੇ ਕਦੋਂ ਬਣੂ, ਕਿਸ ਤਰ੍ਹਾਂ ਕਰਾਂਗੇ। ਅਸੀਂ ਇਹਨਾਂ ਨਾਲ ਵੇਖ ਕੇ ਨਾ ਇਸ ਤਰ੍ਹਾਂ ਬੀਜ ਕੱਤੀ ਮਹੀਨਾ ਕਿ ਨਾ ਹੋਗੀ ਤੇ ਇਹ ਕੰਮ ਖਰਾਬ ਹੈ। ਉਹ ਸਾਰੇ ਲੋਕਾਂ ਦਾ ਝਾੜ ਜ਼ਿਆਦਾ ਚੜਿਆ। ਇੱਕ ਦੇ ਪੈਸੇ ਦਾ ਖਰਚ ਘੱਟ ਆ, ਦੂਜਾ ਖਾਤਾਂ ਖੋਤਾਂ ਪਾਉਣ ਨਾਲ ਕੀੜੇ ਮਕੌੜੇ ਜਦੋਂ ਮਰ ਜਾਂਦੇ ਆ, ਜਦੋਂ ਅੱਗ ਲਾਉਂਦੇ ਆ, ਫਿਰ ਧਰਤੀ ਦੇ ਵਿੱਚ ਨਾ ਜਿਸ ਤਰ੍ਹਾਂ ਬੰਦੇ ਸੜਿਆ ਜਿਹੜੀ ਚੀਜ਼ ਆ ਉਹ ਬਿਲਕੁਲ ਨਾਸ਼ ਹੋ ਜਾਂਦੀ ਹੈ। ਇਹਦੇ ਤੱਤ ਉੱਤ ਨਾਸ਼ ਹੋ ਜਾਂਦੇ ਆ। ਨਾ ਖਾਦ ਪਾਉਣੀ ਪੈਂਦੀ, ਉਹ ਵੀ ਪੈਸਾ ਬਚਦਾ, ਤੇਲ ਦਾ ਪੈਟਰੋਲ ਦਾ ਸਾਰਾ ਪੈਸਾ ਬਚਦਾ। ਇਹਨਾਂ ਲੋਕਾਂ ਦੀ ਦੇਣ ਆ ਵੀ ਚੰਗੇ ਬੰਦੇ ਲੱਗੇ ਆ। ਸਾਰਿਆਂ ਨੂੰ ਜਿਹੜਾ ਆਉਂਦਾ, ਮੈਂ ਵੀ ਡਾਕਟਰ ਆ, ਫੌਜ ਤੋਂ ਰਿਟਾਇਰ ਹੋਇਆ। ਜਿੰਨੇ ਲੋਕ ਆਉਂਦੇ ਅਸੀਂ ਲੋਕਾਂ ਨੂੰ ਇਹੋ ਦੱਸਦੇ ਵੀ ਅਸੀਂ ਇੰਨੇ ਸਾਲਾਂ ਤੋਂ ਲੱਗੇ ਹਾਂ, 2008 ਤੋਂ ਲੈ ਕੇ। ਨਾ ਅਸੀਂ ਪਰਾਲੀ ਸਾੜਦੇ ਹਾਂ, ਨਾ ਨਾੜ ਸਾੜਦੇ ਹਾਂ, ਕਣਕ ਦਾ ਸਾੜਦੇ ਹਾਂ।
ਇਸ ਤਰ੍ਹਾਂ ਬੀਜਦੇ ਆ, ਪੈਸੇ ਦਾ ਵੀ ਖਰਚ ਘੱਟ ਆ, ਤੇਲ ਦਾ ਵੀ ਖਰਚ ਘੱਟ ਆ, ਪ੍ਰਦੂਸ਼ਣ ਦਾ ਵੀ ਬੜਾ ਫਰਕ ਆ, ਪਾਣੀ ਦੀ ਵੀ ਬਚਤ ਆ, ਹਰ ਇੱਕ ਚੀਜ਼ ਦੀ ਬਚਤ। ਬਾਪੂ ਜੀ ਇਸ ਪਿੰਡ ਚੋਂ ਕਹਿੰਦੇ ਮੁਰੱਬੇਬੰਦੀ ਸ਼ੁਰੂ ਹੋਈ ਸੀ ਤੇ ਆ ਇੱਕ ਨਵੀਂ ਸ਼ੁਰੂਆਤ ਮੈਨੂੰ ਲੱਗਦਾ ਹੈ ਤੁਸੀਂ ਕਰੀ ਆ, ਤੁਹਾਡੇ ਪਿੰਡ ਨੇ ਕੀਤੀ ਹੈ। ਬੇਸ਼ੱਕ ਪੰਜਾਬ ਦੇ ਵਿੱਚ ਬਥੇਰੇ ਲੋਕ ਨੇ, ਬਥੇਰੇ ਪਿੰਡ ਹੋਣਗੇ ਜਿੱਥੇ ਪਰਾਲੀ ਨਹੀਂ ਸਾੜੀ ਜਾਂਦੀ, ਪਰ ਸਾਰਾ ਪਿੰਡ ਇੰਨਾ ਕੁ ਇਸ ਪਾਸੇ ਨੂੰ ਤੁਰ ਪਿਆ ਹੋਵੇ, ਇਹਦਾ ਕੀ ਕਾਰਨ ਸਮਝਦੇ ਹੋ? ਪਿੰਡ ਛੋਟਾ ਹੈ ਤਾਂ ਲੋਕ ਸਿਆਣੇ ਨੇ, ਜਾਂ ਫਿਰ ਲੋਕ ਸਮਝਦਾਰ ਹੀ ਇੰਨੇ ਨੇ, ਸਾਰੇ ਇੱਕ ਪਿੰਡ 'ਚ ਇਕੱਠੇ ਹੋ ਗਏ? ਪੜ੍ਹਿਆ ਲਿਖਿਆ ਪਿੰਡ ਆ, ਸਾਰੇ ਇੱਕ ਦੂਜੇ ਦੇ ਨਾਲ ਰਲ ਕੇ ਵਿਕੇ ਚੱਲਦੇ ਆ, ਤੇ ਜਿੰਨੇ ਵੀ ਹੈਗੇ ਆ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਵੀ ਪੁੱਛਦੇ ਆ, ਤੇ ਹਰ ਇੱਕ ਬੰਦਾ ਰਲ ਕੇ ਚੱਲਦਾ। ਹੁਣ 8 ਸਾਲ ਹੋ ਗਏ ਆ ਇਹ ਜਿਹੜਾ ਚੱਲਦੀ ਨੂੰ ਕਣਕ, ਨਾ ਕੋਈ ਨਾਰਦਾ ਕੋਈ ਸਾੜਨਾ ਤੇ ਨਾ ਪਰਾਲੀ ਸਾੜਨੀ ਆ, ਤੇ ਖਾਦ ਵੀ ਬਹੁਤ ਜ਼ਿਆਦਾ ਘੱਟ ਹੋ ਗਈ ਆ ਵੀ ਕਿਸੇ ਨੂੰ ਕੋਈ ਜੇ ਜ਼ਰੂਰਤ ਹੋਵੇ ਜਿਸ ਤਰ੍ਹਾਂ ਕੋਈ 11 ਕਿਹੋ ਜਿਹੀ ਕੋਈ ਥੋੜ੍ਹੀ ਬੋਲੀ ਪਾਉਣੀ ਵੀ ਨਹੀਂ, ਤੇ ਆਮ ਝੋਨੇ ਦੇ ਉੱਤੇ ਨਹੀਂ ਚੱਲਦੀ। ਤੇ ਗਡੋਆ ਥੱਲੇ ਵੱਧ ਗਿਆ, ਜਾਨਵਰ ਇੰਨਾ ਵੱਧ ਗਿਆ ਵੀ ਕੋਈ ਨਾ ਕੋਈ ਸਪਰੇਅ ਤੇ ਨਾ ਕੋਈ ਚੀਜ਼ ਨਹੀਂ। ਤੇ ਜਿਹੜੀ ਮੁਰੱਬੇਬੰਦੀ ਹੋਈ ਸੀ ਉਹ ਵੀ ਸਾਰੇ ਪਿੰਡ ਤੋਂ ਪਹਿਲਾਂ ਇਸ ਪਿੰਡ 'ਚ ਹੋਈ ਆ, ਸਾਰਾ ਹੀ ਚੌਰਸ, ਤੇ ਸਾਰਾ ਹੀ ਪਿੰਡ ਵੀ ਚੌਰਸ ਸੀਗਾ। 20 ਕਿੱਲੇ ਦੇ ਵਿੱਚ ਪਿੰਡ ਆ, ਐਨ ਬਿਲਕੁਲ ਚੌਰਸ ਪਿੰਡ ਦੇ ਬਾਹਰੋਂ ਆਣ ਕੇ ਵੇਂਦੇ ਰਹੇ ਪਿੰਡ ਨੂੰ ਮੁਰੱਬੇਬੰਦੀ ਦੇ ਵੀ ਆਣ ਕੇ, ਹਰਿਆਣੇ ਤੋਂ ਵੀ ਹਿਮਾਚਲ ਤੋਂ ਵੀ ਪਹਿਲਾਂ ਇੱਥੇ ਆਣ ਕੇ ਵੇਖ ਕੇ ਗਏ। ਜਦੋਂ ਤੁਸੀਂ ਮੁਸ਼ਫਟ ਹੋਵੋਗੇ ਉਦੋਂ ਇੱਥੇ ਖੇਤੀ ਕਰਦੇ ਰਹੇ ਹੋ, ਉਦੋਂ ਕੋਈ ਰੇਹ ਸਪਰੇਅ ਦੇਖੀ ਸੀ? ਨਾ ਜੀ, ਇਹਦਾ ਬਹੁਤ ਮਗਰੋਂ ਪੁਰਾਣੀ ਆਈ ਆ, ਸਲਫਰ ਜੀ ਆਈ ਸੀ, ਜੋ ਵੀ ਮਗਰੋਂ ਫ੍ਰੀ ਦੇ ਕੇ ਵੀ ਆਣ ਕੇ ਪਾਉਂਦੇ ਹੁੰਦੇ ਸੀ। ਕੋਈ ਪਾਣੀ ਦੀ ਘਾਟ ਸੀ ਵੀ ਨਹਿਰ ਦਾ ਪਾਣੀ ਆਉਂਦਾ ਸੀ, ਤੇ ਬੰਬੀਆਂ ਮੁੜ ਕੇ 65 ਦੇ ਲਾਗੇ ਹੀ ਆ ਕੇ ਚੱਲੀਆਂ, ਤੇ ਉਦੋਂ ਤੋਂ ਫਿਰ ਮੁੜ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਵੱਧਦੀਆਂ ਗਈਆਂ। ਤੇ ਹੁਣ ਉਹ ਆਪੇ ਹੀ ਪਰਮਾਤਮਾ ਨੇ ਮੋੜਿਆ ਵੀ ਜਿਹੜੀ ਖਾਦ ਤੋਂ ਵੀ ਪਛਾਣ ਨੂੰ ਖਿੱਚੀ ਆਉਂਦਾ, ਤੇ ਆਪੇ ਸਾਰਾ ਕੁਛ ਉਹਨੇ ਜਿਹੜਾ। ਜਿਵੇਂ ਪੰਜਾਬ ਦੇ ਵਿੱਚ ਸਰਦੇ ਪੁੱਜਦੇ ਘਰਾਂ ਦੇ ਮੁੰਡਿਆਂ ਨੂੰ ਬਲੈਕੀਏ ਜਾਂ ਹੋਰ ਨਸ਼ੇੜੀ ਕਿਸਮ ਦੇ ਲੋਕ ਹੈ, ਉਹ ਪਹਿਲਾਂ ਫ੍ਰੀ 'ਚ ਨਸ਼ਾ ਦੇਣ ਲੱਗ ਜਾਂਦੇ ਆ, ਖਾਲਾ ਥੋੜ੍ਹਾ ਜਿਹਾ ਕੰਡੇ 'ਚ ਰਹੇਗਾ। ਇਸੇ ਤਰੀਕੇ ਨਾਲ ਸਾਡੀਆਂ ਫਸਲਾਂ ਨੂੰ ਵੀ ਵਿਗਿਆਨੀਆਂ ਨੇ ਲਾਤਾ ਜੀ, ਹੁਣ ਮੁੜ ਕੇ ਸਾਨੂੰ ਮਜਬੂਰੀ ਪੈ ਗਈ। ਇਹ ਵਿਗਿਆਨੀਆਂ ਲਾਇਆ ਵਾ, ਪਹਿਲਾਂ ਸਲਫਰ ਆਉਂਦੀ ਸੀ, ਮੁੜ ਕੇ ਢਾਈ ਆਈ, ਥੋੜ੍ਹਾ ਜਿਹਾ 12-13 ਰੁਪਈਏ ਹੁੰਦੀ ਸੀ। ਪਿੰਡਾਂ ਜਾਣ ਕੇ ਗ੍ਰਾਮ ਸੇਵਕ ਦੇ ਆਣ ਕੇ ਦੇਣੀਆਂ ਵੀ ਇਸ ਤਰ੍ਹਾਂ ਪਾਓ ਕਰੋ, ਪਹਿਲਾਂ ਖਾਦ ਵਾਲੇ ਬਣੇ, ਕਿਸੇ ਦਾ ਕੋਈ ਧਿਆਨ ਨਹੀਂ। ਆਹੀ ਵੱਡੀ ਗੱਲ ਹੈ ਜੀ ਕਿ ਜਿਹੜਾ ਪਹਿਲਾਂ ਵਾਲਾ ਵੇਲਾ ਸੀ ਚੰਗਾ ਹੁੰਦਾ ਸੀ। ਅਸੀਂ ਸਾਰੇ ਹੀ ਕਹਿਣੇ ਆ, ਹਰੇਕ ਨੇ ਸ਼ਾਇਦ ਆਪ ਤੋਂ ਚੰਗਾ ਵੇਲਾ ਦੇਖਿਆ, ਪਰ ਜਦੋਂ ਅਸੀਂ ਹੁਣ ਖੜੇ ਆ ਅਸੀਂ ਸੋਚਦੇ 5 ਸਾਲਾਂ ਨੂੰ ਪਤਾ ਨਹੀਂ ਕਿੰਨਾ ਕੁ ਮਾੜਾ ਹੋਊ। ਹਾਲਾਂਕਿ ਚੰਗੇ ਭਵਿੱਖ ਦੀ ਅਸੀਂ ਕਾਮਨਾ ਜ਼ਰੂਰ ਕਰਦੇ ਹਾਂ। ਤੇ ਤੁਸੀਂ ਕੀ ਸੋਚਦੇ ਹੋ ਕਿ ਅੱਜ ਅਸੀਂ ਯੂਰੀਆ ਜਿਹੜੀ ਉਹ 3 ਗੱਟਿਆਂ ਤੋਂ ਵੱਧ ਪਾ ਰਹੇ ਹਾਂ ਕਿੱਲੇ ਦੇ ਵਿੱਚ? ਕਣਕ ਹੈ ਹੁਣ ਆਉਣ ਵਾਲੀ ਹੈ, 3 ਗੱਟਿਆਂ ਨਾਲ ਸਾਡਾ ਸਰਨਾ ਨਹੀਂ। ਹੱਥ ਨੇ ਜੋ ਗੇੜਾ ਮਾਰਦੇ ਆ, ਪੀਲੀ ਜੀ ਹੋਈ ਪਈ ਆ, ਹੋਰ ਮੁੱਠੀ ਮਾਰ, ਹੈ ਨਾ। ਤੇ ਇਹ ਜਿਹੜੀ ਤੁਸੀਂ ਬੀਜਦੇ ਹੋ ਪਰਾਲੀ ਨੂੰ ਵਿੱਚੇ ਹੀ ਉਹਦੇ 'ਚ ਮਲਚਰ ਬਣਾ ਕੇ, ਜਾਂ ਜਿਹੜੇ ਵੀ ਤਰੀਕੇ ਨਾਲ ਉਸ ਨੂੰ ਵਿੱਚੇ ਖਤਮ ਕਰ ਦਿੰਦੇ ਹੋ, ਪਰਾਲੀ ਨੂੰ ਹੈਪੀ ਸੀਡਰ ਹੋ ਗਈ, ਜ਼ੀਰੋ ਟਿਲਰ ਹੋ ਗਈ, ਇਹਦੇ ਨਾਲ ਬੀਜਦੇ ਹੋ, ਤੇ ਫਿਰ ਕਿੰਨਾ ਕੁ ਝਾੜ ਦਾ ਫਰਕ ਪੈਂਦਾ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਹਰਦੇਵ ਸਿੰਘ ਪਿੰਡ ਬੁੱਧ ਦੇਵਾ ਸਿੰਘ ਤੋਂ ਬੋਲ ਰਿਹਾ। ਤੇ ਖਾਦ ਦਾ ਤਾਂ ਬਿਲਕੁਲ ਜੀ ਘਟਦਾ ਜਾਂਦਾ, ਆਪੇ ਹੀ ਆਟੋਮੈਟਿਕ ਹੀ। ਜਿਹੜੀ ਚੀਜ਼ ਨੂੰ ਆਪਾਂ ਪੀਲੀ ਹੋਈ ਤੋਂ ਪਾਉਂਦੇ ਖਾਦ, ਉਹ ਕਣਕੇ ਪੀਲੀ ਹੁੰਦੀ ਨਹੀਂ ਗੀ, ਕਿਉਂਕਿ ਕਰੜੀ ਪੈਲੀ ਦੇ ਵਿੱਚ ਬੀਜੀ ਦੀ ਆ। ਪਾਣੀ ਜਿਹੜੀ ਉਹ ਪੈਲੀ ਕਰੜੀ ਹੁੰਦੀ ਆ, ਉਹਦੇ ਕਾਰਨ ਦੇ ਵਿੱਚ ਪਾਣੀ ਪੈਲੀ 'ਚ ਘੱਟ ਖਲੋਂਦਾ ਵਾ, ਉਹਦੇ ਨਾਲ ਪੀਲੀ ਜਿਹੜੀ ਆ ਕੁੰਕੀ ਜਾਂ ਪੀਲੀ ਜਿਹੜੇ ਪੱਤੇ ਹੁੰਦੇ ਆ, ਉਹ ਪੀਲਾਪਣ ਘੱਟ ਆਉਂਦਾ ਵਾ, ਤੇ ਖਾਦ ਆਪੇ ਘੱਟ ਪਾਉਣੀ ਆ। ਤੇ ਰੰਗ ਜਿਹੜਾ ਵਾ ਪਹਿਲਾਂ ਹੀ ਕਾਲਾ ਕਣਕ ਦਾ ਰਹਿੰਦਾ ਵਾ, ਮੁੜ ਕੇ ਜਦੋਂ ਪਾਣੀ ਦਿੱਤਾ ਉਹਦੇ ਨਾਲ ਵੀ ਜਿਹੜਾ ਵਾ ਫਰਕ ਨਹੀਂ ਕੋਈ ਪੈਂਦਾ। ਗੁੱਲੀ ਛਿੱਟਾ ਕਿੰਨਾ ਕੁ ਹੁੰਦਾ, ਜਾਂ ਹੋਰ ਨਦੀਨ ਹੈ? ਨਦੀਨ ਗੁੱਲੀ ਡੱਟਾ ਤੇ ਜਿਹੜਾ ਵਾ ਉਹ ਹੁੰਦਾ ਹੀ ਨਹੀਂਗਾ, ਉਹਦੇ ਨਾਲ ਗੁੱਲੀ ਡੰਡੇ ਨੂੰ ਜਗ੍ਹਾ ਹੀ ਨਹੀਂ ਮਿਲਦੀ ਉੱਗਣ ਵਾਸਤੇ। ਜਿਹੜੀ ਬਾਕੀ ਸਾਰੀ ਥਾਂ ਤੇ ਪਰਾਲੀ ਪਈ ਹੁੰਦੀ ਆ, ਕਣਕ ਹੀ ਇਕੱਲੀ ਉੱਗਦੀ ਹੈ ਜਿਹੜੀ ਇਹ ਡਰਿਲ ਨਾਲ, ਤੇ ਉਹ ਕਣਕ ਹੀ ਕਣਕ ਉੱਗਣੀ ਆ। ਗੁੱਲੀ ਡੰਡੇ ਦੀ ਤਾਂ ਸਪਰੇਅ ਕਰਨੀ ਹੀ ਨਹੀਂਗੀ। 1500 ਦਾ ਤਾਂ ਮੇਰੇ ਖਿਆਲ 'ਚ ਖਰਚਾ ਉਹ ਵੀ ਬਚ ਗਿਆ, 1000 ਦਾ ਲੀਟਰ ਹੋ ਗਿਆ। ਹਾਂ, ਉਹ ਕਣਕ ਗੁੱਲੀ ਡੰਡੇ ਨੂੰ ਪਿਛਲੇ ਸਾਲ ਵੀ ਅਸੀਂ ਕੋਈ ਨਹੀਂ ਕੀਤੀ। 2-3 ਸਾਲ ਤੋਂ ਪਹਿਲਾਂ ਜਿਹੜੀ ਆ ਸਪਰੇਅ ਜਿਹੜੀ ਹੈ ਬਿਲਕੁਲ ਗੁੱਲੀ ਡੰਡੇ ਦੀ ਵੀ ਬੰਦ ਜੋ, ਤੇ ਉੱਤੇ ਤੇਲੇ ਦੀ ਵੀ ਬੰਦ ਜੋ, ਤੇ ਦੂਜੀ ਕੋਈ ਵੀ ਸਪਰੇਅ ਨਹੀਂ ਹੋਈ। ਐਤਕੀ ਵੀ ਝੋਨੇ ਨੂੰ ਕੋਈ ਨਹੀਂ ਜੋਗੀ ਕੀਤੀ, ਤੇਲੇ ਦੀ ਵੀ ਨਹੀਂ ਅਜੇ ਤੱਕ ਕੀਤੀ, ਕੋਈ ਪੀਲੀ ਕੁੰਗੀ ਕੋਈ ਚੀਜ਼ ਨਹੀਂ ਆਉਂਦੀ। ਭਾਜੀ ਤੁਸੀਂ ਕੀ ਸੋਚਦੇ ਹੋ ਤੁਹਾਡੇ ਪਿੰਡ ਦਾ, ਜੇ ਅਸੀਂ ਆਪਾਂ ਅੱਜ ਗੱਲ ਕਰ ਰਹੇ ਹਾਂ ਔਰ ਦੁਨੀਆ ਭਰ ਦੇ ਵਿੱਚ ਇਸ ਦੀ ਅੱਜ ਚਰਚਾ ਹੋਣੀ ਆ, ਇਹ ਵੱਡੀ ਗੱਲ ਆਹੀ ਹੈ ਕਿ ਇਸ ਪਿੰਡ ਦੇ ਵਿੱਚੋਂ ਮੈਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਛੋਟਾ ਪਿੰਡ ਹੈ, ਪਰ ਮੈਨੂੰ ਲੱਗਦਾ ਸੋਚ ਬਹੁਤ ਵੱਡੀ ਹੈ, ਜਿਹਦਾ ਕਰਕੇ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਆ, ਪਿੰਡ ਵਾਲੇ ਇਕੱਠੇ ਹੋਏ ਖੜੇ ਹੋ। ਵੱਡੀ ਗੱਲ ਤਾਂ ਇਹੀ ਹੈ ਕਿਉਂਕਿ ਅਸੀਂ ਇਕੱਠੇ ਨਹੀਂ ਹੋਣਾ ਹੁੰਦਾ, ਸੱਥਾਂ 'ਚ ਵੀ ਇੱਕ ਦੂਜੇ ਦੀ ਅਸੀਂ ਬਦਖੋਈ ਕਰਨੀ ਹੁੰਦੀ ਹੈ। ਤੇ ਇਹ ਨੰਬਰਦਾਰ ਸਾਹਿਬ ਹੁਣ ਇਹ ਵੀ ਗੱਲ ਪਤਾ ਲੱਗ ਗਈ, ਵੈਸੇ ਤਾਂ ਨੰਬਰਦਾਰਾਂ ਨੂੰ ਤੁਹਾਨੂੰ ਪਤਾ ਹੈਗਾ ਕਿਵੇਂ ਦੇਖਦੇ ਆ ਲੋਕ, ਹੈ ਨਾ, ਮੱਥੇ ਲੱਗਿਆ ਕਹਿੰਦੇ ਮਾੜਾ ਹੁੰਦਾ, ਪਰ ਅੱਜ ਕੱਲ੍ਹ ਤਾਂ ਮਾਮਲਾ ਨਹੀਂ ਲੈਣਾ ਪੈਂਦਾ, ਹੈ ਨਾ, ਤਾਂ ਹੀ ਕਹਿੰਦੇ ਹੁੰਦੇ ਸੀ ਮਾੜਾ। ਪਹਿਲਾਂ ਮੈਨੂੰ ਇਹੀ ਦੱਸਿਓ। ਨਹੀਂ, ਅੱਜ ਕੱਲ੍ਹ ਤਾਂ ਮਾਮਲਾ ਤੇ ਉਵੇਂ ਬੰਦ ਕੀਤਾ ਹੋਇਆ,
ਤੇ ਨੰਬਰਦਾਰ ਜੇ ਹੁਣ ਚੰਗਾ ਹੋਵੇ ਤੇ ਫਿਰ ਤਾਂ ਮੱਥੇ ਲੱਗਣਾ ਚੰਗਾ ਹੀ ਹੈ। ਚੰਗਾ ਹੀ ਹੈ ਜਦੋਂ ਮੰਗਣਾ ਉਹ ਤਾਂ ਪਹਿਲਾਂ ਇਹ ਹੁੰਦਾ ਸੀ ਕਿ ਵੀ ਮਾਮਲਾ ਲੈਣਾ ਹੈਗਾ ਨਾ, ਤਾਂ ਕਰਕੇ ਵੀ ਯਾਰ ਉਹ ਆ ਗਿਆ। ਉਦੋਂ ਪੈਸੇ ਟਕੇ ਹੁੰਦੇ ਵੀ ਨਹੀਂ ਸੀ। ਹੁਣ ਤਾਂ ਚਲੋ ਜੇ ਊਂ ਨਾ ਹੋਣਗੇ ਤਾਂ ਲਿਮਟਾਂ ਵਾਲੇ ਬੈਂਕ ਵਾਲੇ ਬਥੇਰੇ ਦੇਈ ਜਾਂਦੇ ਕਹਿਣਗੇ, ਕਿਉਂਕਿ ਜ਼ਮੀਨ ਹੀ ਪਲੈਜ ਕਰਨੀ ਨਾ ਅੱਗੇ ਤਾਂ। ਚਲੋ ਖੈਰ ਅਸੀਂ ਮੁੱਦੇ ਤੇ ਆਉਣੇ ਆ। ਤੁਹਾਡਾ ਪਿੰਡ ਹੈ ਜੀ ਚਰਚਾ ਦੇ ਵਿੱਚ ਹੈ, ਤੇ ਹੁਣ ਰੇਹਾਂ ਸਪਰੇਹਾਂ ਨੂੰ ਲੈ ਕੇ ਜਦੋਂ ਅਸੀਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ, ਰਕਬਾ ਵਾਈਜ਼ ਬੇਸ਼ੱਕ 500 ਏਕੜ ਬਹੁਤਾ ਨਹੀਂ ਹੁੰਦਾ, ਪਰ ਜੇ ਅਸੀਂ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰੀਏ ਤਾਂ ਸ਼ੁਰੂਆਤ ਹੈ ਜਿਹੜੀ ਉਹ ਜਿੱਥੋਂ ਵੀ ਹੋਵੇ, ਜਿੰਨੀ ਵੀ ਹੋਵੇ, ਬਹੁਤ ਵੱਡੀ ਗੱਲ ਹੁੰਦੀ ਹੈ। ਇਸ ਵਾਰ ਕੀ ਲੱਗਦਾ ਕਿ ਕਿੰਨੇ ਕੁ % ਲੋਕ ਆ ਪਿੰਡ ਦੇ ਜਿਹੜੇ ਉਹ ਪਰਾਲੀ ਨੂੰ ਅੱਗ ਨਹੀਂ ਲਾਉਣਗੇ? ਮੇਰਾ ਖਿਆਲ ਜੀ ਇਸ ਵਾਰ ਪਿੰਡ ਦੇ ਵਿੱਚ ਕੋਈ ਵੀ ਨਹੀਂ ਲਾਊਗਾ। ਪਹਿਲਾਂ ਵੀ ਨਹੀਂ ਲਾਉਂਦੇ, ਇੱਕਾ ਦੁੱਕਾ ਹੁੰਦੇ ਆ ਜਿਹਨੇ ਕੋਈ ਥੋੜੇ ਬਹੁਤ ਪੱਠੇ ਪੁੱਠੇ ਬੀਜਣੇ ਹੁੰਦੇ ਆ, ਬਾਕੀ ਕੋਈ ਵੀ ਨਹੀਂ ਲਾਉਂਦਾ। ਤੇ ਕਾਫੀ ਫਰਕ ਪੈ ਗਿਆ ਵਾ ਇਸ ਪਿੰਡ ਦੇ ਨਾਲ ਸਾਰੇ ਲਾਗੇ ਬੰਨੇ ਪਿੰਡਾਂ ਨੂੰ। ਅਸੀਂ ਜਾਂਦੇ ਹਾਂ, ਤਹਿਸੀਲ 'ਚ ਵੀ ਜਾਂਦੇ ਹਾਂ, ਬਾਹਰ ਵੀ ਜਾਂਦੇ ਹਾਂ, ਤੇ ਇਹਨਾਂ ਦੀ ਸਿਫਤ ਕਰਦੇ ਆ। ਸਾਨੂੰ ਪੁੱਛਦੇ, ਅਸੀਂ ਦੱਸਦੇ ਹਾਂ ਇਹਨਾਂ ਦੇ ਬਾਰੇ ਵੀ ਆਹ ਵੇਖੋ ਸਾਡੇ ਪਿੰਡ 'ਚ ਆਹ ਬੰਦਿਆਂ ਨੇ ਕੰਮ ਸ਼ੁਰੂ ਕੀਤਾ, ਸਾਰਾ ਪਿੰਡ ਹੀ ਉਹਨਾਂ ਨਾਲ ਹੈ। ਤੇ ਹੁਣ ਜੇ ਅਸੀਂ ਗੱਲ ਕਰੀਏ ਕੁਝ ਕਿਸਾਨ ਯੂਨੀਅਨਾਂ ਦੀ, ਬੇਸ਼ੱਕ ਕਿਸਾਨ ਯੂਨੀਅਨਾਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੇ ਵਾਸਤੇ ਖੜਦੀਆਂ ਲੜਦੀਆਂ ਵੀ ਹੈ, ਪਰ ਬਹੁਤ ਵਾਰੀ ਸੰਘਰਸ਼ 'ਚ ਜਿੱਤ ਵੀ ਪ੍ਰਾਪਤ ਹੁੰਦੀ ਹੈ। ਪਰ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਯੂਨੀਅਨਾਂ ਜਿਹੜੀਆਂ ਉਹ ਕਿਸਾਨਾਂ ਨੂੰ ਕਹਿੰਦੀਆਂ ਕਿ ਆਓ ਭਾਈ ਆਪਾਂ ਪਰਾਲੀ ਨੂੰ ਅੱਗ ਲਾਵਾਂਗੇ। ਮੁੱਦਾ ਉਹਨਾਂ ਦਾ ਕਿਸੇ ਹੱਦ ਤੱਕ ਠੀਕ ਹੈ ਕਿ ਜੀ ਜੇ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਸਾਡੇ ਖੇਤੀ ਦੇ ਖਰਚੇ ਵੱਧ ਜਾਂਦੇ ਆ, ਪਰ ਦੂਸਰੇ ਪਾਸੇ ਅਸੀਂ ਧਰਤੀ ਦਾ ਸੀਨਾ ਵੀ ਸਾੜੀ ਜਾਂਦੇ। ਉੱਥੇ ਤੁਸੀਂ ਕੀ ਸੋਚਦੇ ਹੋ ਕਿ ਕਿਸਾਨ ਯੂਨੀਅਨ ਦਾ ਫਰਜ਼ ਕੀ ਬਣਦਾ? ਕਿਸਾਨ ਯੂਨੀਅਨ ਕਰਦੀ ਹੈ ਜੀ, ਕਰਦੀ ਤਾਂ ਫਾਇਦੇ ਲਈ ਆ। ਥੋੜ੍ਹਾ ਬਹੁਤ ਸਰਕਾਰ ਨੂੰ ਵੀ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਮਸ਼ੀਨਾਂ ਦੇਣ ਤੇ ਪਤਾ ਲੱਗੇ ਵੀ ਖਰਚਾ ਨਹੀਂ ਆਉਂਦਾ। ਲੋਕਾਂ ਨੂੰ ਮਸ਼ੀਨਰੀ ਨਹੀਂ ਮਿਲ ਰਹੀ ਪੂਰੀ ਜੀ। ਮਸ਼ੀਨਰੀ ਜਿੰਨੀ ਹੋ ਸਕੇ ਆਪਾਂ ਨੂੰ ਇਹ ਸਬਸਿਡੀ ਵੀ ਆਖ ਦਿੰਦੇ ਆ। ਸਬਸਿਡੀ ਅਜੇ ਤੱਕ ਕਈਆਂ ਦੇ ਖਾਤਿਆਂ 'ਚ ਪਈ ਨਹੀਂ। 1 ਸਾਲ ਹੋ ਗਿਆ ਮੈਂ ਹਰਦੇਵ ਸਿੰਘ ਨੇ ਸਬਸਿਡੀ ਵਾਸਤੇ ਲਿਆਂਦੀ ਆ, ਅਜੇ ਤੱਕ ਨਹੀਂ ਅਜੇ ਕੋਈ ਪੇਮੈਂਟ ਖਾਤੀ ਪਈ। ਮੈਨੂੰ ਇਹ ਵੀ ਪਤਾ ਲੱਗਿਆ ਕਿ ਮਲਚਰ ਮਸ਼ੀਨਾਂ ਜਿਹੜੀਆਂ ਉਹ ਵੀ ਹਜੇ ਤੱਕ ਆਈਆਂ ਅਜੇ ਤੱਕ ਪਹੁੰਚੀਆਂ ਨਹੀਂ। ਇਹਨਾਂ ਗੁਰਬਾਜ ਸਿੰਘਣਾ ਨੂੰ ਮਟਰ ਲਾਉਣ ਵਾਸਤੇ ਰੁਕਿਆ ਸੀ, ਅਜੇ ਤੱਕ ਉਹ ਪਿੰਡ ਨਹੀਂ ਪਹੁੰਚੀਆਂ। ਉਦੋਂ ਦੇ ਆਖੀ ਜਾਂਦੇ ਵੀ ਅੱਜ ਆ ਗਈ, ਸਵੇਰ ਆ ਗਈ, ਅਜੇ ਤੱਕ ਨਹੀਂ ਇੱਥੇ ਪਹੁੰਚਿਆ ਕੋਈ ਵੀ ਸੰਦ। ਇੱਕ ਗੱਲ ਮੈਨੂੰ ਹੋਰ ਇਹਦੇ ਚੋਂ ਜੱਜ ਗਈ ਹੈ ਕਿ ਕਿਸਾਨ ਨਹੀਂ ਪਿੱਛੇ ਹਟਦੇ ਜੇ ਸਰਕਾਰ ਕੁਝ ਕਰੇ। ਇਹ ਸਰਕਾਰ ਜੇ ਆਪਾਂ ਨੂੰ ਸੰਦ ਸਾਰੇ ਆਪਣੇ ਅਪਲਾਈ ਹੋ ਜਾਣ ਤਾਂ ਬਿਲਕੁਲ ਹੀ ਨਹੀਂ ਅੱਗ ਲੱਗੂਗੀ। ਇਹ ਬਿਲਕੁਲ ਸੰਦ ਜਿਹੜੇ ਆ ਨਾ ਸਾਰੇ ਦੇ ਸਾਰੇ, ਜੇ ਮਲਚਰ ਵੀ ਜੋ ਬਿਲਟਾਵੀਂ ਲਾਵੀਂ, ਜੇ ਕੋਈ ਆਪਾਂ ਨੂੰ ਐਪੀਸੀਡਰ ਸਾਰੇ ਜ਼ਿਮੀਂਦਾਰਾਂ ਕੋਲ ਸੰਦ ਪਹੁੰਚ ਜੇ ਤੇ ਕੋਈ ਵੀ ਜਿਹੜਾ ਵਾ ਉਹ ਨਹੀਂ ਅੱਗ ਲਾਊਗਾ। ਇਹ ਆ ਤੇ 4 ਚਵੇਰੇ ਜੋ ਆ ਪਿੰਡ ਦੀ ਵੀ ਮੁੰਡੇ ਆ ਜੋ ਸਫਾਈ ਪੂਰੀ ਕਰਨ ਦਾ ਆ, ਐਨ 4 ਚਵੇਰਾ ਜਿਹੜਾ ਵਾ ਐਨ ਮੁੰਡਿਆਂ ਨੇ ਸਫਾਈ ਕੀਤਾ ਆ। ਸਾਡੇ ਪਿੰਡ ਦੀ 4 ਦੀਵਾਰੀ ਵੀ ਜਿਹੜੀ ਆ ਨਾ ਚਾਰੇ ਬੰਨੇ ਇੱਕੋ ਜਿਹੀ ਆ, ਤੇ ਚਾਰੇ ਬੰਨੇ ਆਏ 4 ਚਵੇਰੇ ਮੁੰਡਿਆਂ ਨੇ ਸਫਾਈ ਬਹੁਤ ਵਧੀਆ ਕੀਤੀ ਆ। ਚਾਰੇ ਕੰਨੀਆਂ 'ਚ ਪਿਆਰ ਤੇਰਾ ਬੰਨੀ ਬੈਠਿਆ, ਤੂੰ ਕੀ ਜਾਣੇ ਅਸੀਂ ਤੈਨੂੰ ਰੱਬ ਮੰਨੀ ਬੈਠੇ ਆ। ਸੋ ਇਹੋ ਜਿਹੇ ਲੋਕ ਰੱਬ ਵਰਗੇ ਲੋਕ ਹੁੰਦੇ ਆ ਜੀ ਜਿਹੜੇ ਕੁਦਰਤ ਦੇ ਨਾਲ ਸਿੱਧਾ ਨੇੜਿਓਂ ਜੁੜ ਕੇ ਤੁਰਦੇ ਆ। ਸੋ ਅੱਜ ਅਸੀਂ ਪਿੰਡ ਬੁਰਜ ਦੇਵਾ ਸਿੰਘ ਦੇ ਉਹਨਾਂ ਕਿਸਾਨਾਂ ਦੇ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਧਰਤੀ ਨੂੰ ਬਚਾਉਣ ਦੇ ਵਾਸਤੇ ਆਪਣੇ ਤੌਰ ਤੇ ਯਤਨ ਆਰੰਭੇ ਹੋਏ ਨੇ। ਹਾਲਾਂਕਿ ਸਰਕਾਰ ਦੀ ਗੱਲ ਵੀ ਕੀਤੀ ਹੈ ਔਰ ਸਰਕਾਰ ਚੰਗਾ ਵੀ ਕਰ ਰਹੀ ਹੈ, ਪਰ ਜਿਹੜੀਆਂ ਮਾੜੀਆਂ ਗੱਲਾਂ ਨੇ ਉਹਦੇ ਤੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਸੰਦ ਸਨੇੜੇ ਆ ਜੇ ਟਾਈਮ ਨਾਲ ਕਿਸਾਨਾਂ ਤੱਕ ਪਹੁੰਚ ਜਾਣ ਫਿਰ ਤਾਂ ਹੋਰ ਵੀ ਕਿਸਾਨ ਆ ਜਿਹੜੇ ਇਸ ਪਾਸੇ ਆ ਜਾਣ, ਸਿਰਫ ਅਖਬਾਰੀ ਬਿਆਨਾਂ ਤੱਕ ਗੱਲਾਂ ਨਾ ਰਹਿਣ।